तुसी सुन रहे हो चावला न्यूज नेटवर्क टोरंटो CNN टोरंटो। जैसा जो दिन हाजिर ने सरदार जसबीर सिंह जी पट्टी साहब, वेलकम जी, आनू स्वागत है। सत श्री अकाल। सत श्री अकाल जी, मेरे वालों सारिਆਂ ਨੂੰ वाहिगुरू जी का खालसा ते वाहिगुरू जी की फतेह। और 1320 मीटर बहन रंगला पंजाब रेड पाउंड दे विच सरसा साहब बड़े भोले, बड़े बीबे, बड़े अनभोल जे है ना बच्चे जे बन के विचरे ने। कहते पता ही कोई नहीं, इदों पहला कोई बोलिया ही नहीं, किसी ने गल ही नहीं की जी के हुण रौला पा रहा। babushaahi.com दे विच खबर लगी है अनी बड़े अच्छा नौटंकी वेखो, बड़ा लग रहा कि बड़ा बीमार है जी। चलो कोरोना है, रब करे महाराज बख्शे। चावला साहब जी के जी शिकायत 2011 ਦੇ अकाल तख्त ਤੇ उस ਵੇਲੇ गई सी ਜਦੋਂ पंजाब सरकार ने ਜਿਹੜਾ ਆਪਣਾ ਉਹ ਅਨੰਦਪੁਰ ਸਾਹਿਬ ਜੈ ਕੀ ਕਹਿੰਦੇ ਜਿਹੜਾ ਨਾਂ ਬਣਾਇਆ ਸੀਗਾ ਉਹਦਾ ਉਦਘਾਟਨ ਕਰਨਾ ਸੀ। ਉਦੋਂ ਬੁਲਾਇਆ ਸੀ ਇਹਨੂੰ ਆਪਣੇ ਨੂੰ ਅਮਿਤਾਭ ਬੱਚਨ ਤੇ ਇਹ ਮੁੜ ਕੇ ਪੀਰ ਕਰਨੈਲ ਸਿੰਘ, ਪੀਰ ਮੁਹੰਮਦ ਤੇ ਬੀਬੀ ਜਗਦੀਸ਼ ਕੌਰ ਸ਼ਿਕਾਇਤ ਲੈ ਕੇ ਕਿ ਅਕਾਲ ਤਖਤ ਤੇ ਵੀ ਇਹ ਸਿੱਖ ਪੰਥ ਦਾ ਦੋਸ਼ੀ ਇਹਨੂੰ ਕਿਉਂ ਬੁਲਾਇਆ ਗਿਆ। ਉਸ ਟਾਈਮ ਤੇ ਮੁੜ ਕੇ ਆਇਆ ਨਹੀਂ ਸੀਗਾ। ਮੁੜ ਕੇ 31 ਅਕਤੂਬਰ 2017 ਨੂੰ ਮਨਜਿੰਦਰ ਸਿੰਘ ਸਿੱਧਾ ਖੁਦ ਟਵੀਟ ਕਰਦਾ ਵਾ ਕਿ ਭਾਈ ਤੂੰ ਸਿੱਖ ਪੰਥ ਦਾ ਦੋਸ਼ੀ ਆ, ਤੂੰ ਕਿਹਾ ਸੀ ਖੂਨ ਦਾ ਬਦਲਾ ਖੂਨ, ਤੇ ਤੂੰ ਕਹਿੰਦਾ ਮੈਨੂੰ ਪਤਾ ਨਹੀਂ। ਤੇਰਾ ਟਵੀਟ ਆਪਣਾ ਵਾ, ਧਿਆਨ ਨਾਲ ਵੇਖ ਜਾ ਕੇ ਉਹ ਟਵੀਟ ਕੀਤਾ ਤੂੰ ਬਕਾਇਦਾ ਤੌਰ ਤੇ ਉਹਨੂੰ ਆਪਣੇ ਨੂੰ ਅਮਿਤਾਭ ਬੱਚਨ। ਹੁਣ ਜਦੋਂ 2 ਕਰੋੜ ਦੀ ਗੱਲ ਚੱਲੀ ਤੇ 2 ਦਿਨ ਪਹਿਲਾਂ ਉਹਨੇ ਸੋਸ਼ਲ ਮੀਡੀਆ ਦੀ ਇੰਨੀ ਗੱਲ ਕਹੀ, ਭਾਈ 2 ਕਰੋੜ ਨਹੀਂ 10 ਕਰੋੜ ਪਹਿਲਾਂ ਬੰਗਲਾ ਸਾਹਿਬ ਜਿਹੜਾ ਇਹਨਾਂ MR ਸੈਂਟਰ ਮੈਂ ਉਹਦੇ ਵਾਸਤੇ ਦਿੱਤਾ ਇਹਨਾਂ ਨੂੰ। ਤੁਹਾਡੀ ਬੋਲਤੀ ਬੰਦ ਹੋ ਗਈ, ਤੁਸੀਂ ਕੁਆਰੰਟਾਈਨ ਹੋ ਗਈ, ਮੈਨੂੰ ਜਿਹੜੇ ਕਰੋਨਾ ਹੋ ਗਿਆ ਜੀ, ਨਾਲ ਹੀ ਕਰੋਨਾ ਹੋ ਗਿਆ। ਸੱਚ ਬੋਲੋ, ਸਭ ਤੁਹਾਨੂੰ ਸਿੱਖ ਪੰਥ ਮਾਫ ਕਰ ਦੇਗਾ, ਕੋਈ ਗੱਲ ਨਹੀਂ। ਸੱਚ ਬੋਲੋ, ਗਲਤੀ ਹੋਈ ਹੈ, ਗਲਤੀ ਹੋਈ ਹੈ, ਗਲਤੀ ਹੋਈ ਹੈ। ਨਖਰੇਬਾਜ਼ੀਆਂ ਨਾ ਕਰੋ। ਸੁਖਬੀਰ ਸਿੰਘ ਬਾਦਲ ਤੇ ਉਹਦੇ ਸਿਪਾਹ ਸਲਾਰ ਨੂੰ ਉੱਤੇ ਬੋਲਣਾ ਚਾਹੀਦਾ ਵੀ ਵਾਕਿਆ ਸਬਸੇ ਨੇ ਗਲਤੀ ਕੀਤੀ, ਅਸੀਂ ਕੋ ਅਸਤੀਫਾ ਮੰਗਦੇ ਹਾਂ। ਸਿੱਖ ਕੌਮ ਨੂੰ ਪੈਸੇ ਦੀ ਕੋਈ ਘਾਟ ਨਹੀਂ। ਸਿੱਖ ਕੌਮ ਦੀ ਅਮੀਰ, ਸਿੱਖਾਂ ਦਾ ਸੱਭਿਆਚਾਰ ਵੀ ਅਮੀਰ, ਸਿੱਖ ਧਾਰਮਿਕ ਪਰ ਅਕੀਦਤ ਵੀ ਅਮੀਰ। ਦੁਨੀਆ ਪੱਟ ਛਾਪ ਆ ਸਿੱਖਾਂ ਦੀ ਅੱਜ। ਤੇ ਤੁਸੀਂ ਇੱਕ 2-4 ਕਰੋੜ ਬਦਲੇ। ਗੱਲ ਸਿਰਫ ਇਹ ਨਹੀਂ, ਗੱਲ ਸਿਰਫ ਇਹ ਆ ਵੀ ਜਿਹੜਾ 12 ਕਰੋੜ ਰੁਪਈਆ ਦਾ ਹਿਸਾਬ ਦੇਣਾ ਪੈਣਾ। ਹੁਣ ਉਹ ਭਾਈ ਕਿੱਥੇ ਖਰਚ ਕੀਤਾ, ਕਿਹਨੇ ਕੀਤਾ? ਬਿਲਕੁਲ 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 ਬਿਲਕੁਲ। ਉਹ ਪੈਸੇ ਕਿੱਥੇ ਗਏ, ਕਿਹਨੂੰ ਦਿੱਤੇ? ਵੱਡੇ ਵੱਡੇ ਆਗੂ ਕਿਉਂ ਨਹੀਂ ਬੋਲਦੇ? ਹੁਣ ਉਹਨਾਂ ਨੂੰ ਪਿੱਛੇ ਕੋ ਪਿਆ? ਅਕਾਲ ਤਖਤ ਨੇ 2011 ਦੀ ਸ਼ਿਕਾਇਤ ਕੀ ਉਹਦਾ ਫੈਸਲਾ ਕੋਈ ਨਹੀਂ ਕੀਤਾ ਅਜੇ ਤੱਕ। ਉਹਦਾ ਜਵਾਬ ਦੇਣ ਦੀ ਜਦੋਂ ਪੁੱਛੋ ਕਹਿੰਦੇ ਜੀ ਪੈਂਡਿੰਗ ਜੇ ਵਿਚਾਰ ਦੀ ਨਾ ਜੀ। ਇਸ ਕਰਕੇ ਸਰਸਾ ਸਾਹਿਬ ਨੂੰ ਝੂਠ ਬੋਲਣ ਤੋਂ ਵੇਚ ਕਰਕੇ ਸੱਚ ਸਾਹਮਣੇ ਆ ਕੇ ਸੰਗਤਾਂ ਦੇ ਕਹਿ ਦੇਣਾ ਚਾਹੀਦਾ। ਸੰਗਤਾਂ ਮਾਫ ਕਰ ਦੇਣਗੇ, ਕੋਈ ਗੱਲ ਨਹੀਂ। ਇਹਨੇ ਹੁਣ ਕਿਹਾ ਵੀ ਆ ਕਿ ਮੈਂ ਮਸਲਾ ਰੱਖਾਂਗਾ ਉਹ ਕਮੇਟੀ ਦੇ ਵਿੱਚ, ਕਮੇਟੀ ਜੋ ਫੈਸਲਾ ਲਵੇਗੀ ਮੈਂ ਉਹ ਫੈਸਲੇ। ਕਮੇਟੀ ਫੈਸਲਾ ਕੋ ਲਏਗੀ? ਤੇਰੀ ਸ਼ਿਕਾਇਤ ਕਾਲ ਤਖਤ ਤੇ ਗਈ, ਜਾ ਕੇ ਕਾਲ ਤਖਤ ਤੇ ਜਵਾਬ ਦੇ। ਮੇਰੇ ਪ੍ਰੀਤ ਕੌਰ ਨੇ ਤੈਨੂੰ ਕੱਢਣ ਦੀ ਮੰਗ ਕੀਤੀ, ਤੈਨੂੰ 5 ਚੋਂ ਛੇਕਿਆ ਜਾਵੇ, ਇਹਨੇ ਬਲੰਡਰ ਗਲਤੀ ਕੀਤੀ ਹੈ। ਕਮੇਟੀ ਤੇਰੀ ਉੱਥੇ ਕੀ ਕਰੂਗੀ? ਤੇਰੀ ਐਗਜ਼ੈਕਟਿਵ ਕਮੇਟੀ ਤੇਰੀ ਸਿਰਫ ਦਿੱਲੀ ਕਮੇਟੀ ਦੇ ਫੈਸਲੇ ਲੈਣ ਵਾਸਤੇ ਆ, ਅਕਾਲ ਤਖਤ ਦੇ ਫੈਸਲੇ ਲੈਣ ਵਾਸਤੇ ਨਹੀਂ। ਚਾਵਲਾ ਸਾਹਿਬ ਮੈਂ ਆਪਣੇ ਅੱਖੀ ਤੇ ਕੰਨੀ ਜਿੱਦਣ ਸੌਦਾ ਸਾਹਿਬ ਨੂੰ ਮਾਫ ਕੀਤਾ, ਇਹ ਦਿੱਲੀ ਕਮੇਟੀ ਦੀ ਗੋਲ ਵਿੱਚੋਂ ਲੱਖਾਂ ਰੁਪਏ ਖਰਚ ਕਰਕੇ ਬਾਈਅਰ ਗਿਆ ਸੀ ਮਨਜੀਤ ਸਿੰਘ ਜੀਕੇ ਤੇ ਨਾਲ ਹੋਰ ਸਾਥੀ ਲੈ ਕੇ, ਤੇ ਮਨਜੀਤ ਦੇ ਚੁੱਪ ਸੀਗਾ ਤੇ ਬਾਰ-ਬਾਰ ਹੱਥ ਜੋੜ ਕੇ ਕਹਿੰਦਾ ਸੀ ਸਿੰਘ ਸਾਹਿਬ ਜੀ ਬੜਾ ਚੰਗਾ ਕੀਤਾ ਸੀ, ਕੌਮ ਵਿਚਾਲੀ ਸਿੰਘ ਸਾਹਿਬ ਜੀ ਬਹੁਤ ਚੰਗਾ ਕੀਤਾ ਸੀ, ਮਾਫੀ ਦੇ ਕੇ ਜੀ ਬਹੁਤ ਚੰਗਾ ਕੀਤਾ ਤੁਸੀਂ, ਕੌਮ ਵਿਚਾਲੀ। ਆਹੋ ਜਦੋਂ ਤੇਰੀ ਬੋਲਤੀ ਬੰਦ ਕਰਤੀ ਲੋਕਾਂ ਨੇ ਮਰਜ਼ੀ ਲੱਭਾ ਹੀ ਨਹੀਂ। ਉਦੋਂ ਵੀ ਇਹ ਗੱਲਾਂ ਕਰਦੇ ਸੀ ਆ ਕੇ ਸਾਹਮਣੇ ਗਲਤ ਕਰਨਾ ਨਹੀਂ ਸੁਣਦੇ ਨੇ ਕਿ ਤੇਰੀ ਅਕਾਲ ਤਖਤ ਤੇ ਸ਼ਿਕਾਇਤ ਕਿ ਤੂੰ ਉੱਥੇ ਨੰਗੇ ਪਰੀ ਉਹਨੂੰ ਮੈਂ ਚੱਲਿਆ ਜੀ ਅਕਾਲ ਤਖਤ ਤੇ ਪੇਸ਼ ਹੋਣ ਵਾਸਤੇ।
ਬਿਲਕੁਲ ਬਿਲकुल ਨਾਲੇ ਹੁਣ ਆ ਖਬਰ ਆ ਇੱਥੇ ਛਪੀ ਆ ਸਾਡੇ ਸਾਹਮਣੇ ਪਈ ਆ ਸਿਰਸਾ ਨੇ ਕਿਹਾ ਕਿ 35 ਸਾਲਾਂ ਦੌਰਾਨ ਕਦੇ ਕਿਸੇ ਨੇ 1984 ਦੇ ਸਿੱਖ ਕਤਲੇਆਮ ਬਾਰੇ ਅਮਿਤਾਭ ਬੱਚਨ ਦੀ ਭੂਮਿਕਾ ਬਾਰੇ ਕੁਝ ਨਹੀਂ ਕਿਹਾ। ਉਹਨਾਂ ਕਿਹਾ ਕਿ ਅੱਜ ਮਨਜੀਤ ਸਿੰਘ ਜੀਕੇ ਤੇ ਹੋਰ ਬਜ਼ੁਰਗੀਆਂ ਨੇ ਕਦੇ ਇਸ ਮਾਮਲੇ ਤੇ ਕੁਝ ਨਹੀਂ ਕਿਹਾ, ਪਰ ਅੱਜ ਸਿਰਫ ਈਰਖਾ ਭਾਵਨਾ ਤੇ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਜੀਕੇ ਨੇ ਕਮੇਟੀ ਵਿੱਚੋਂ 2 ਕਰੋੜ ਰੁਪਏ ਮੋੜਨ ਦਾ ਐਲਾਨ ਕੀਤਾ ਹੈ। ਗੁਰੂ ਘਰ ਦਾ ਪੈਸਾ ਤਾਂ ਸੰਗਤਾਂ ਦਾ ਹੈ, ਜਦੋਂ ਮਰਜ਼ੀ ਕੋਈ ਦੇਵੇ। ਗੱਲ ਤਾਂ ਹੀ ਹੈ ਜੇਕਰ ਆਪਣੇ ਕੋਲੋਂ ਮੋੜਨ ਦੀ ਗੱਲ ਕਰਦੇ। ਸਿਰਸਾ ਸਾਹਿਬ ਤੁਹਾਨੂੰ ਕੱਲ ਵੀ ਚੈਲੰਜ ਕੀਤਾ ਸੀਗਾ, ਮੈਂ ਤੁੱਛ ਜਿਹਾ ਬੰਦਾ, ਤੁੱਛ ਜਿਹਾ ਮੇਰੀ ਔਕਾਤ ਨਹੀਂ ਹੈ ਗੁਰੂ ਘਰ ਨੂੰ ਦੇਣ ਕੁਝ ਵੀ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਹਾਜ਼ਰ ਨਾਜ਼ਰ ਮੰਨ ਕੇ ਆਪਣਾ ਤੇ ਆਪਣੇ ਬਾਪੂ ਦਾ ਨਾਂ ਲੈ ਕੇ ਇਹ ਗੱਲ ਕਹਿ ਦਿਓ ਕਿ ਅਮਿਤਾਭ ਬੱਚਨ ਨੇ ਇਹ ਗੱਲ ਨਹੀਂ ਕਹੀ, 2 ਕਰੋੜ ਅਸੀਂ ਦੇਵਾਂਗੇ ਤੁਹਾਨੂੰ। ਬੜੇ ਫੋਨ ਆਏ ਨੇ, ਇਹ ਗੱਲ ਮੰਨ ਲਓ, ਇਹ ਕਹਿ ਦਿਓ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਚੈਲੰਜ ਕਰਦਾ ਤੁਹਾਨੂੰ ਰੰਗਲਾ ਪੰਜਾਬ। ਤੁਸੀਂ ਇਹ ਗੱਲ ਕਹਿ ਦਿਓ ਕਿ ਅਮਿਤਾਭ ਬੱਚਨ ਨੇ ਇਹ ਗੱਲ ਨਹੀਂ ਕਹੀ। ਤੁਸੀਂ ਕਹਿੰਦੇ ਨਾ ਗੁਰੂ ਦੀ ਗੋਲਕ ਦੇ ਵਿੱਚੋਂ 2 ਕਰੋੜ ਰੁਪਈਆ ਮਨਜੀਤ ਸਿੰਘ ਜੀ ਕੇ ਆਪਾਂ ਉਦੋਂ ਵੀ ਗੱਲ ਕੀਤੀ, ਪੱਟੀ ਸਾਹਿਬ ਪਹੁੰਚਾ ਦਿਓ ਉਹਨਾਂ ਤੱਕ ਵੀ ਅਸੀਂ ਤੁਹਾਨੂੰ ਦਿੰਦੇ ਹਾਂ। ਤੂੰ ਇਹ ਗੱਲ ਸਹੁੰ ਖਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਸਾਨੂੰ ਪਤਾ ਝੂਠੀ ਸੱਚੀ ਸ਼ਾਇਦ ਤੁਸੀਂ ਖਾ ਵੀ ਲਵੋ, ਪਰ ਫਿਰ ਵੀ ਦੇਵਾਂਗੇ ਇਕੱਠੇ ਕਰਕੇ। ਗੁਰੂ ਦੀ ਗੋਲਕ ਚਲੋ ਆ ਗਿਆ, ਪਰ ਉਹ ਗੁਪਤ ਦਾਨ ਹੁੰਦਾ, ਗੁਰੂ ਦੀ ਗੋਲਕ ਦੇ ਵਿੱਚ ਪਾਇਆ ਹੋਇਆ ਗੁਪਤ ਦਾਨ ਹੁੰਦਾ, ਕੋਈ ਵੀ ਪਾਵੇ। ਕੱਲ ਵੀ ਗੱਲ ਕੀਤੀ ਸੀ ਆਪਾਂ, ਰਾਹੁਲ ਗਾਂਧੀ ਵੀ ਆਉਂਦਾ, ਜਿਹਦੇ ਪਿਓ ਨੇ ਕਿਹਾ ਬੜਾ ਪੇਟ ਗਿਰਤਾ ਧਰਤੀ ਹਿਲਤੀ ਹੈ, ਉਹ ਵੀ ਆ ਕੇ ਗੁਪਤ ਦਾਨ ਪਾ ਕੇ ਜਾਂਦਾ। ਚੈਲੰਜ ਹੈ ਤੁਹਾਨੂੰ, ਤੁਸੀਂ ਕਹਿ ਦਿਓ ਕਿ ਖੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਕਾਲ ਤਖਤ ਸਾਹਮਣੇ ਆ ਕੇ ਕਿ ਬਈ ਅਮਿਤਾਭ ਬੱਚਨ ਨੇ ਇਹ ਉਦੋਂ ਗੱਲ ਨਹੀਂ ਕਹੀ ਸੀ। ਤੇ ਜੀਕੇ ਸਾਹਿਬ ਨੂੰ ਵੀ ਇਹ ਗੱਲ ਹੈ ਵੀ ਤੁਸੀਂ ਗੁਰੂ ਦੀ ਗੋਲਕ 'ਚ ਨਾ ਦਿਓ, ਤੁਸੀਂ ਪ੍ਰੂਫ ਨੂੰ ਅੱਗੇ ਰੱਖ ਦਿਓ, 2 ਕਰੋੜ ਅਸੀਂ ਦੇ ਦਾਂਗੇ। ਸੰਗਤਾਂ ਦੇ ਦੇਣਗੀਆਂ, ਜਿੰਨੀ ਜੋਗੇ ਹੈਗੇ ਆ ਉਹ ਆਪਣੇ ਜੋਗੇ ਪਾਵਾਂਗੇ। ਘਰ ਨਾ ਵੇਚਣਾ ਪਵੇ ਭਾਵੇਂ, ਪੰਥ ਦੀ ਖਾਤਰ ਬਹੁਤ ਕੁਝ ਦਿੱਤਾ ਰੱਬ ਨੇ। ਚਾਵਲਾ ਸਾਹਿਬ ਜਦੋਂ ਬੀਬੀ ਇੰਦਰਾ ਗਾਂਧੀ ਸਾਕਾ ਨੀਲਾ ਤਾਰਾ ਤੋਂ ਦਰਬਾਰ ਸਾਹਿਬ ਆਈ ਹੈ ਜੀ, ਗੁਰਮੀਤ ਚੰਦ ਡੀਐਸਪੀ ਅੱਜ ਵੀ ਜੂਨਾ ਰਿਟਾਇਰ ਹੋ ਗਿਆ ਹੁਣ, ਉਹ ਸ਼ਾਇਦ ਉਦੋਂ ਏਐਸਸੀ ਹੋਏਗਾ ਤਾਂ ਹੌਲਦਾਰ ਹੈਗੇ ਉਹ ਨਾਲ ਸੀ। ਉਹ ਕਹਿੰਦਾ ਘੰਟਾ ਘਰ ਤੋਂ ਜਦੋਂ ਬੀਬੀ ਐਂਟਰ ਕਰਨ ਲੱਗੀ ਅਕਾਲ ਤੱਕ ਢੱਠਾ ਤੇ ਉਹਨੇ ਇੱਥੋਂ ਇੰਜ ਆਪਣੇ ਵਾਲ ਫੜੇ ਇੰਜ ਕਰਕੇ ਕਹਿੰਦੀ ਵੀ ਤੁਸੀਂ ਮੇਰੇ ਮੌਤ ਦੇ ਵਾਰੰਟਾਂ ਤੇ ਸਾਈਨ ਕਰ ਦਿੱਤੇ ਆ। ਜਨਰਲ ਬਰਾੜ ਨੂੰ ਕਿਹਾ, ਇਹ ਗੁਰਮੀਤ ਚੰਦ ਦੀ ਵਰਡਿੰਗ ਹੈ ਨਾਲ ਸੀ ਉਸ ਟਾਈਮ ਦੇ ਉੱਤੇ, ਮੈਂ ਨਹੀਂ ਆਪਣੇ ਕੋਲ ਕਹਿ ਰਿਹਾ। ਤੇ ਬੀਬੀ ਨੇ ਉਦੋਂ ਵੀ ਤੇ ਗੋਲਕ 'ਚ ਪੈਸੇ ਪਾਏ ਸੀ ਨਾ, ਉਦੋਂ ਵਾਪਸ ਕਿਉਂ ਨਹੀਂ ਕੀਤੇ? ਉਹਦੇ ਵੀ ਭਾਈ ਬੀਬੀ ਤੋਂ ਗੋਲਕ 'ਚ ਪੈਸੇ ਪਾਉਣ ਡਏ ਇੱਥੇ, ਮੱਥਾ ਟੇਕਿਆ ਸੀ ਨਾ ਗੋਲਕ ਦੇ ਵਿੱਚ। ਅਸੀਂ ਕਹਿੰਦੇ ਗੋਲਕ ਦੇ ਵਿੱਚ ਆ ਕੇ ਅਮਿਤਾਭ ਬੱਚਨ 2 ਨੇ 4 ਕਰੋੜ ਪਾਈਆਂ, ਕਿਸੇ ਨੂੰ ਕੋਈ ਹਿਰਖ ਨਹੀਂ ਸੀਗਾ। ਉਹ ਦਾਨ ਹੁੰਦਾ, ਜਿਹੜੀ ਤੁਸੀਂ ਸਹਾਇਤਾ ਲਈ ਆ ਉਹਨੇ 12 ਕਰੋੜ ਗਈ, ਅਜੇ 50 ਲੱਖ ਦੀ ਹੋਰ ਆਵਾਜ਼ ਆਉਣ ਡਈ, ਅਜੇ ਉਹ ਅਜੇ ਤਫਤੀਸ਼ ਕਰ ਰਹੇ ਜੀ। ਅਸੀਂ ਉਹ ਵੀ ਦੱਸ ਦੇਣ ਤੁਹਾਨੂੰ ਕਿੱਥੋਂ ਪੈਸੇ ਤੇ ਕਿਵੇਂ ਆਏ ਜੀ। ਸੋ ਗੱਲ ਇਹ ਸਿੱਖਿਆ ਵਾ ਸਿਰਸਾ ਸਾਹਿਬ, ਤੁਸੀਂ ਮਨਜੀਤ ਸਿੰਘ ਜੀਕੇ ਨੂੰ ਛੱਡੋ, ਉਹ ਤੇ ਕਹਿੰਦਾ ਕਿ ਮੈਂ ਦਊਂਗਾ ਉੱਥੋਂ ਗੁਰੂ ਦੀ ਗੋਲਕ ਦੇ ਵਿੱਚ। ਇੱਥੇ ਗੁਰੂ ਦੀ ਗੋਲਕ ਹੁਣ ਵੀ ਲਾਈਨ ਕਰਦੀ ਨੇ, ਪਤਾ ਨਹੀਂ ਕਿਹੜਾ ਰੱਬ ਦਾ ਭਗਤ ਆਉਣਾ, ਉਹਨੇ ਕਹਿਣਾ ਕਿ ਤੁਹਾਡੇ ਨਾਲ ਅੱਧੋ ਅੱਧੀ ਕਰਦੇ ਆ ਚਾਵਲਾ ਜੀ। ਜੀ ਮਤ ਭੁੱਲੋ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਸੰਗਤ ਸਾਰਿਆਂ ਨੇ ਤੁਹਾਡੇ ਵਾਂਗੂ ਜ਼ਮੀਰ ਗਿਰਵੀ ਨਹੀਂ ਰੱਖੇ ਹੋਏ ਹੋਣਗੇ। ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ, ਤੁਹਾਡੀ ਆਪਣੀ ਟਵੀਟ ਤੁਸੀਂ ਕਹਿੰਦੇ ਗੱਲ ਹੀ ਕਿਸੇ ਨੇ ਨਹੀਂ ਕੀਤੀ। ਅਕਾਲ ਤਖਤ ਸਾਹਿਬ ਦੇ ਉੱਤੇ ਮਸਲਾ ਕੀ, ਤੁਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੀ ਨਹੀਂ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਤੁਸੀਂ ਪ੍ਰਧਾਨ ਹੋ, ਤੁਹਾਨੂੰ ਇਹ ਵੀ ਨਹੀਂ ਪਤਾ ਕਿ ਪੰਥਕ ਮਸਲੇ ਕੀ ਨੇ। ਸ਼੍ਰੋਮਣੀ ਅਕਾਲੀ ਦਲ ਦੇ ਤੁਸੀਂ ਬਹੁਤ ਵੱਡੇ ਸਿਪਾਹ ਸਲਾਰ ਹੋ, ਤੁਹਾਨੂੰ ਇਹ ਵੀ ਨਹੀਂ ਪਤਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਇਹਦਾ ਮਸਲਾ ਪਿਆ ਹੋਇਆ। ਕੀ ਗੱਲਾਂ ਕਰਦੇ ਆ ਉੱਤੇ ਮਨਜੀਤ ਸਿੰਘ ਜੀ ਕੇ। ਮੈਂ ਤੁਹਾਨੂੰ ਭੇਜਤੀ ਜੇ ਇੱਕ ਫੇਸਬੁੱਕ ਦੀ ਟਵੀਟ, ਇਹ ਵੇਖ ਲਿਓ ਜੀ, ਜਿਹੜੀ ਟਵੀਟ ਕੀਤੀ ਇਹਨੇ ਸੀਜੇ ਮਾਰ। ਹਾਂਜੀ, babushaahi.com ਦੇ ਸਹਿਯੋਗ ਦੇ ਨਾਲ ਮੈਂ ਖਬਰ ਸਾਂਝੀ ਕੀਤੀ ਹੈ, ਜਿਹੜੀ ਕੀਤੀ ਹੈ। ਮੈਂ ਤੁਹਾਨੂੰ ਮੈਂ ਟਵੀਟ ਭੇਜਤੀ ਬਕਾਇਆ ਤੋਂ ਜਿਹੜੀ ਕੀਤੀ ਹੈ। ਚਲੋ ਆਹੋ ਟਵੀਟ ਆਖਰ ਕੱਢ ਹੀ ਲਿਆ ਨਾ ਆਪਾਂ ਥੈਲੀਓਂ ਬਾਹਰ, ਵੀ ਤੇਰੇ ਕੈਮਰੇ ਤੇ ਨਹੀਂ ਨਾ ਬੰਦ ਕੀਤੇ ਜੀ। ਹੁਣ ਕੈਮਰੇ ਤੇ ਨਹੀਂ ਨਾ ਬੰਦ ਕੀਤੇ ਤੇਰੇ। ਅੱਛਾ ਚਲੋ
ਨਵੀਂ ਬਣਾਈ ਸਿੱਟ ਜਿਹੜੀ ਹੈ ਕੋਟਕਪੂਰਾ ਵਿਖੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਉਦੋਂ ਪਹਿਲਾਂ ਜਿਹੜੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਵੈਂਟੀਲੇਟਰਾਂ ਨੂੰ ਲੈ ਕੇ ਸੂਬਾ ਤੇ ਕੇਂਦਰ ਸਰਕਾਰ ਦੇ ਸਿੰਘ ਫਸ ਗਏ ਨੇ। ਉਹ ਕਹਿੰਦੇ ਅਸੀਂ ਸਹੀ ਸਲਾਮਤ ਭੇਜੇ ਸੀ, ਇਹਨਾਂ ਨੂੰ ਚਲਾਉਣੇ ਨਹੀਂ ਹੈ, ਇਹਨਾਂ ਨੇ ਖਰਾਬ ਕਰਤੇ। ਇਹੀ ਕਹਿਣਾ ਉਹਨਾਂ ਦਾ। ਬਿਲਕੁਲ ਜੀ ਬਿਲਕੁਲ। 320 ਵੈਂਟੀਲੇਟਰ PM ਕੇਅਰ ਫੰਡ ਦੇ ਵਿੱਚੋਂ ਜਿਹੜੇ ਸੀ ਸੈਂਟਰ ਸਰਕਾਰ ਨੇ ਪੰਜਾਬ ਦੇ 3 ਮੈਡੀਕਲ ਕਾਲਜ ਜਿਹੜੇ ਅੰਮ੍ਰਿਤਸਰ, ਪਟਿਆਲਾ ਤੇ ਫਰੀਦਕੋਟ ਵਿੱਚ ਉਹਦੇ ਵਿੱਚੋਂ ਇਹ ਕਹਿੰਦੇ ਜੀ ਵੈਂਟੀਲੇਟਰ ਖਰਾਬ ਨਹੀਂ ਚੱਲ ਰਹੇ। ਜਿਹੜੇ ਚੱਲ ਰਹੇ ਉਹੀ ਦੱਸ ਦਿਓ। 113 ਤੁਸੀਂ ਕਹਿੰਦੇ ਫਰੀਦਕੋਟ ਗਏ ਤੇ ਉਹਦੇ ਵਿੱਚੋਂ 23 ਚੱਲ ਰਿਹਾ, 90 ਨਹੀਂ ਚੱਲ ਰਿਹਾ। ਜੇ 23 ਚੱਲ ਰਿਹਾ 90 ਕਿਉਂ ਨਹੀਂ ਚੱਲ ਰਿਹਾ? ਕੇਂਦਰ ਦੀ ਇੱਕ ਗਲਤੀ ਆ ਵੀ ਜਿਸ ਕੰਪਨੀ ਕੋਲ ਖਰੀਦੇ ਸੀ ਭਾਰਤ ਇਲੈਕਟ੍ਰੀਕਲ ਲਿਮਟਿਡ ਤੋਂ ਉਹਦੇ ਇਹਨਾਂ ਇੰਜੀਨੀਅਰ ਨਾਲ ਭੇਜਣੇ ਚਾਹੀਦੇ ਜਾ ਕੇ ਇੰਸਟਾਲ ਕਰਕੇ ਆਓ। ਹੁਣ ਜਦੋਂ ਉਹ ਇੰਜੀਨੀਅਰ ਆਏ ਉਹਨਾਂ ਨੇ ਅੱਗੇ ਫਿੱਟ ਕੀਤੇ ਸਾਰੇ। ਤੁਹਾਡੇ ਕੋਲ ਤੇ ਆਪਣਾ ਸਟਾਫ ਹੀ ਨਹੀਂ ਨਾ, ਤੁਸੀਂ ਕਰਨਾ ਕੀ ਹੈ? ਦੋਸਤ ਦੂਜੇ ਨੂੰ ਦੇਣ ਡਿਆ ਜੇ। ਉਹਨਾਂ ਸਾਰੇ ਆ ਕੇ ਚਲਾ ਕੇ ਵਿਖਾਤੇ ਕਿ ਚੱਲਣ ਲਈ ਤੁਹਾਡੇ। ਅੱਛਾ, ਕਾਰਨ ਕੀ ਸੀ? ਇੱਕ ਤਾਂ ਸਹੀ ਤਰੀਕੇ ਨਾਲ ਇੰਸਟਾਲ ਨਹੀਂ ਸੀ ਹੋਏ। ਦੂਸਰੀ ਚੀਜ਼ ਉਹ ਕਹਿੰਦੇ ਆ ਵੀ ਇਹਨੇ ਜਿਹੜੀ ਆ ਉੱਥੋਂ ਗੈਸ ਜਿਹੜੀ ਉਹ ਖਿੱਚਣੀ ਨਹੀਂ ਆਪ, ਇਹਨੇ ਖਿੱਚੀ ਹੋਈ ਗੈਸ ਜਿਹੜੀ ਆ ਅੱਗੇ ਪ੍ਰੈਸ਼ਰ ਨਾਲ ਜਿਹੜੀ ਮਰੀਜ਼ ਨੂੰ ਦੇਣੀ ਹੈ। ਜੇ ਤੁਹਾਡੀ ਪਿੱਛੇ ਪ੍ਰੋਪਰ ਗੈਸ ਹੀ ਨਹੀਂ ਹੈਗੀ ਤੇ ਕਰੂਗਾ ਕਿੱਥੋਂ? ਇਸ ਕਰਕੇ ਤੁਹਾਡੇ ਕੋਲ ਨਾ ਸਟਾਫ, ਨਾ ਨਰਸਾਂ ਪੂਰੀ ਹੈਗੀਆਂ, ਨਾ ਡਾਕਟਰ ਪੂਰੇ ਹੈਗੇ, ਨਾ ਤੁਹਾਡੇ ਕੋਈ ਮਾਹਿਰ ਪੂਰੇ ਹੈਗੇ, ਕੋਈ ਤੁਹਾਡੇ ਕੋਲ ਸਟਾਫ ਤਾਂ ਪੂਰਾ ਹੈ ਨਹੀਂ। ਦੋਸਤ ਦੀ ਜਨਸਾ ਹੈ। ਓਮ ਪ੍ਰਕਾਸ਼ ਸੋਢੀ ਨੇ ਹਰਸ਼ਵਰਧਨ ਜਿਹੜੇ ਸੈਂਟਰਲ ਫੰਡ ਹੈਲਥ ਮਿਨਿਸਟਰ ਨੂੰ ਚਿੱਠੀ ਲਿਖ ਦਿੱਤੀ। ਉਹਨਾਂ ਜਵਾਬ ਵੀ ਦਿੱਤਾ ਵੀ ਸਾਡੇ ਇੰਜੀਨੀਅਰ ਆ ਗਏ, ਵੇਖੋ ਜੀ ਕੀ ਗੱਲ। ਹੁਣ ਦਿਓ ਜਵਾਬ ਉਹਨਾਂ ਨੂੰ, ਕਿਉਂ ਨਹੀਂ ਚੱਲਦੇ ਜੀ? ਇੱਕ ਗਲਤੀ ਜ਼ਰੂਰ ਕੇਂਦਰ ਦੀ ਹੈਗੀ ਆ, ਉਹਨਾਂ ਨੂੰ ਸਮੇਂ ਸਿਰ ਉਹਨਾਂ ਜਿਹੜੇ ਇੰਜੀਨੀਅਰ ਨਹੀਂ ਭੇਜੇ ਉਹਨਾਂ ਨੂੰ ਇੰਸਟਾਲ ਕਰਨ ਵਾਸਤੇ ਨਾਲ ਹੀ ਬੰਦੇ ਭੇਜਣੇ ਚਾਹੀਦੇ, ਇੰਸਟਾਲ ਕਰਕੇ ਆਓ। ਬਿਲਕੁਲ 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 ਬਿਲਕੁਲ। ਲੇਕਿਨ ਪ੍ਰੋਬਲਮ ਸਿਰਫ ਇਹ ਆ ਵੀ ਉਹਦੇ ਗੱਲ ਚ ਰਿਹਾ ਵੀ ਸਟੇਟ ਕੋਲੇ ਆਪਣੇ ਇਹੋ ਜਿਹੇ ਮਾਹਿਰ ਹੋਣਗੇ, ਇੰਸਟਾਲ ਹੀ ਕਰਨੇ ਚ ਕਿੰਨੀ ਵੱਡੀ ਗੱਲ ਹੈਗੀ। ਜੇ ਤੁਸੀਂ ਚਿੱਠੀ ਲਿਖੀ ਆ ਇੰਸਟਾਲ ਕਰਨ ਵਾਸਤੇ ਬੰਦੇ ਭੇਜ ਦਿੱਤੇ ਆਪਣੇ। ਚਲੋ ਇਹਦਾ ਮਤਲਬ ਚੱਲਦੇ ਆ, ਚੱਲਦੇ। ਚਲੋ ਆਪਾਂ ਕਾਲ ਲੈ ਲੈਣੇ ਜੀ। ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮਤਲਬ ਚੱਲਦੇ ਆ, ਚੱਲਦੇ। ਚਲੋ ਆਪਾਂ ਕਾਲ ਲੈ ਲੈਣੇ ਜੀ। ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਗੁਰੂ ਘਰ ਜਾਂਦੇ ਆ, ਸ਼ਰਧਾ ਹੁੰਦੀ ਆ, ਜਿੰਨੀ ਜਤਨ ਕਿਸੇ ਦੀ ਆਪਣੀ ਸੰਗਤ ਮੱਥਾ ਟੇਕਦੇ ਆ, ਕੁਛ ਨਾ ਕੁਛ ਆਪਾਂ ਪਾਉਂਦੇ ਗੋਲਕ ਦੇ ਵਿੱਚ। ਬੜਾ ਹੈਰਾਨਗੀ ਦੀ ਗੱਲ ਆ ਕਿ ਮੋਦੀ ਸਾਹਿਬ ਹਰਿਮੰਦਰ ਸਾਹਿਬ ਆਏ ਤੇ ਉਹਨਾਂ ਕੋਲ ਕੋਈ ਪੈਸਾ ਨਹੀਂ ਸੀ ਮੱਥਾ ਟੇਕਣ ਨੂੰ, ਤੇ ਸੁਖਬੀਰ ਬਾਦਲ ਨੇ 100 ਰੁਪਏ ਦਾ ਨੋਟ ਕੱਢ ਕੇ ਦਿੱਤਾ ਉਹਨਾਂ ਨੂੰ ਤੇ ਉਹਦਾ ਉਹਨਾਂ ਨੇ ਮੱਥਾ ਟੇਕਿਆ। ਇਹ ਹਾਲਤ ਆ ਸਾਡੇ ਵੱਡੇ ਵੱਡੇ ਲੀਡਰਾਂ ਦੀ। ਲੈਣਾ ਤਾਂ ਕਿਸੇ ਨੇ ਕੀ ਹੈ। ਯਾਦ ਆ ਗਿਆ ਜੀ ਕੁਝ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਬੜੂਆ ਹੀ ਨਹੀਂ ਹੁੰਦਾ ਤੇ ਉਹ ਵਿਚਾਰੇ ਬਾਡੀਗਾਰਡਾਂ ਕੋ ਪੈਸੇ ਲੈ ਕੇ ਮੱਥਾ ਟੇਕਦੇ ਨੇ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ 100 ਰੁਪਇਆ ਆਪਣੇ ਕੋਲੋਂ ਪ੍ਰਧਾਨ ਮੰਤਰੀ ਨੂੰ ਦਿੱਤਾ। ਵੇਖੋ ਮੱਥਾ ਕਿਉਂ ਮੱਥਾ ਟੇਕਣ? ਬਾਪੂ ਕੋ ਪੈਸਾ ਕੋਈ ਨਹੀਂ, ਮੱਥਾ ਟੇਕਣ ਜੋਗਾ ਬੜੂਆ ਨਹੀਂ ਰੱਖਦਾ, ਤੇ ਬਾਦਲ ਛੋਟੇ ਜਿਹੜੇ ਨੇ ਪ੍ਰਧਾਨ ਮੰਤਰੀ ਨੂੰ 100 ਰੁਪਇਆ ਮੱਥਾ ਟੇਕਣ ਲਈ ਦਿੰਦੇ ਨੇ। ਕਿਆ ਬਾਤ ਹੈ। ਚਾਵਲਾ ਸਾਹਿਬ ਜਦੋਂ ਮੋਦੀ ਸਾਹਿਬ ਆਏ ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਪੂਰਿਆਂ ਦੀ ਜੈਕਟ ਪਾਈ ਸੀ ਆਪਣੇ ਕੁੜਤੇ ਦੇ ਉੱਤੇ। ਉਸ ਕੁੜਤੇ ਦੀਆਂ ਜੇਬਾਂ 'ਚ 500 ਨੋਟ ਸੀਗੇ। ਉਹਨਾਂ ਜੇ ਮੱਥਾ ਟੇਕਣ ਨਾ ਬਾਬਾ ਦੀਪ ਸਿੰਘ ਸ਼ਹੀਦ ਦੇ ਜਿਹੜੇ ਜਗ੍ਹਾ ਬਣੀ ਆ ਤਾਂ ਵੀ 500 ਨੋਟ ਬੋਲ ਕੇ ਪਾਇਆ ਉਹਨਾਂ ਨੇ। ਜੇ ਅਕਾਲ ਤਖਤ ਤੇ ਗਏ ਤਾਂ ਵੀ 500 ਦਾ ਨੋਟ ਪਾਇਆ, ਦਰਬਾਰ ਸਾਹਿਬ ਗਏ ਤਾਂ ਵੀ 500 ਰੁਪਏ ਤੋਂ 2-3 ਵਾਰੀ ਆਏ। ਮੈਂ ਕਿਹੜੀ ਗੱਲ ਕਰਦਾ ਮੈਨੂੰ ਨਹੀਂ ਪਤਾ ਇਸ ਗੱਲ ਦਾ। ਮੈਂ ਇੱਕ ਵਾਰੀ ਵੇਖਿਆ ਟੀਵੀ ਤੇ, ਜੋ ਦੇਖਿਆ ਉਹ ਦੱਸਿਆ ਤੁਹਾਨੂੰ ਪਤੀ ਸਾਹਿਬ। ਠੀਕ ਹੈ ਜੀ, ਉਹ 3 ਵਾਰੀ ਆਏ ਨੇ ਇੱਥੇ ਦਰਬਾਰ ਸਾਹਿਬ। ਹੋ ਸਕਦਾ ਇੱਕ ਵਾਰੀ ਨੂੰ ਨਾ ਪਤਾ ਹੋਵੇ ਮੱਥੇ ਤੇ ਕਿਵੇਂ ਟੇਕਣਾ, ਦੂਜੀ ਵਾਰੀ ਆਪਣੀ ਜੇਬ 'ਚ ਪੈਸੇ 500 ਨੋਟ ਲੈ ਕੇ ਆਏ ਸੀ। ਹੋ ਸਕਦਾ ਪਹਿਲੀ ਵਾਰੀ ਦੀ ਗੱਲ ਹੋਵੇ। ਮੈਂ ਨਾਲ ਸੀਗਾ ਆਪ ਜਿੱਤੀ ਆਪ ਕਿਵੇਂ ਵੀ ਆਪਾਂ ਤੋਂ ਕਿਵੇਂ ਮੁਨਕਰ ਹੋ ਸਕਦੇ। ਚਲੋ ਹਾਂਜੀ, ਹੋਰ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਜੀ, ਬਸ ਮੈਂ ਗੱਲ ਕਰਦਾ ਇੱਕ ਜਿਹੜੀ ਬੀਬੀ ਜਗੀਰ ਕੌਰ ਨੇ ਅੱਜ ਖੁਲਾਸਾ ਕੀਤਾ ਅਮਿਤਾਭ ਬੱਚਨ ਸਾਹਿਬ ਦੇ ਫੰਡ ਦਾ, ਕਿ ਫੰਡ ਕੋਈ ਵੀ ਦਿੰਦਾ ਵਾ ਉਹਨੂੰ ਕੋਈ ਇਨਕਾਰੀ ਨਹੀਂ ਕੀਤੀ ਜਾ ਸਕਦੀ। ਤੇ ਅਮਿਤਾਭ ਬੱਚਨ ਨੇ ਜੇ ਫੰਡ ਦਿੱਤਾ, ਹੁਣ ਤੇ ਚਲੋ ਗੱਲ ਹੀ ਵੱਖਰੀ ਹੋਰ ਨਿਕਲ ਆਈ ਹੈ ਕਿ 10 ਕਰੋੜ 2 ਕਰੋੜ 50 ਲੱਖ ਦੀ ਗੱਲ ਕਰਨ ਡਏ ਤੁਸੀਂ।
ਤੇ ਉਹਦਾ ਹਿਸਾਬ ਕਿਤਾਬ ਦੇ ਫਿਰ ਵਾਕਿਆ ਹੀ ਮੰਗਣਾ ਤੇ ਸੰਗਤ ਦਾ ਹੱਕ ਬਣਦਾ ਵਾ ਕਿ ਉਹ 10 ਕਰੋੜ ਦੇ ਵਿੱਚ ਕਿੱਥੇ ਗਏ। ਗੱਲ ਹਿਸਾਬ ਕਿਤਾਬ ਤੇ ਮੁੱਕਣੀ ਆ ਗਈ ਆ ਕੇ ਇੱਥੇ ਬਣਦਾ ਕੀ ਹੈ ਜੀ, ਇਸ ਹਿਸਾਬ ਤੋਂ ਕੀ ਨਿਕਲ ਆ ਜੇ। ਮਿਹਰਬਾਨੀ, ਥੈਂਕ ਯੂ। ਜਿਹੋ ਜਿਹਾ ਹਿਸਾਬ ਪਾਲਕੀ ਸਾਹਿਬ ਵਾਸਤੇ ਪੈਸਾ ਇਕੱਠਾ ਕੀਤਾ ਸੀ, ਸੋਨਾ ਇਕੱਠਾ ਕੀਤਾ ਸੀ, ਉਹੋ ਜਿਹਾ ਇਹ ਮਿਲ ਜੂਗਾ ਜਿਹੋ ਜਿਹਾ ਉਹ ਮਿਲਿਆ। ਜੀ 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 ਜੀ, ਕੀ ਕਹਿਣਾ ਚਾਹੋਗੇ? ਸਰਨਾਲ ਸਾਹਿਬ ਅਜੇ ਤੱਕ ਵਿਚਾਰੇ ਰੌਲਾ ਪਾਈ ਜਾਂਦੇ ਵੀ ਅਸੀਂ ਜੇ ਉਹ ਛੱਡ ਕੇ ਗਈ ਸੱਤਾ ਸਾਹਿਬ, ਤੁਸੀਂ ਉਹਦੇ ਜਵਾਬ ਹਿਸਾਬ ਦੇ ਦਿਓ ਕਿ ਕਿੱਥੇ ਵਰਤੇ ਗਏ, ਕਿਵੇਂ ਵਰਤੇ ਗਏ, ਕੀ ਹਿਸਾਬ ਨਹੀਂ ਹੈਗਾ, ਉਹ ਹਿਸਾਬ ਦੇ ਦਿਓ ਤੁਸੀਂ, ਬਾਕੀ ਤਾਂ ਛੱਡ ਦਿਓ ਤੁਸੀਂ, ਕੋਈ ਗੱਲ। ਜਦੋਂ ਬੀਬੀ ਜਗੀਰ ਕੌਰ ਪਹਿਲੀ ਵਾਰੀ ਪ੍ਰਧਾਨ ਬਣੀ ਉਦੋਂ 35 ਕਰੋੜ ਰੁਪਇਆ ਧਰਮ ਪ੍ਰਚਾਰ ਕਮੇਟੀ ਦਾ ਪਿਆ ਸੀਗਾ, ਕਿੱਥੇ ਅੱਜ ਉਹ ਵਿਖਾ ਦਿਓ ਆਪਣੀ ਬੇਟੀ ਦਾ। ਅਸੀਂ ਕਹਿੰਦੇ ਆਪਣੀ ਕੌਮ ਦੀ ਬਦਨਾਮੀ ਨਾ ਕਰੀਏ, ਸਿੱਖਾਂ ਨੂੰ ਪੈਸੇ ਕਿਸੇ ਦੀ ਕੋਈ ਕਮ ਨਹੀਂ ਹੈਗੀ, ਅਸੀਂ ਕਹਿੰਦੇ ਸਿਧਾਂਤ ਦੀ ਬਰਬਾਦੀ ਕਰੋ, ਪੈਸੇ ਖੜੇ ਖਾ ਲਓ, ਕੋਈ ਗੱਲ। ਸਿਧਾਂਤ ਦੀ ਰਾਖੀ ਕਰਦੇ ਹੋ, ਕੌਮ ਦੀ ਚੌਕੀਦਾਰ ਬਣ ਕੇ ਰਾਖੀ ਕਰਦੇ ਹੋ, ਕੋਈ ਗੱਲ ਨਹੀਂ, ਪੈਸੇ ਕਿੰਨੇ ਖਾ ਲਓ ਤੁਸੀਂ, ਕਿੰਨੇ ਕੁ ਲੁੱਟ ਲਓ। ਗੁਰੂ ਘਰ ਦੇਣ ਵਾਲੇ 10 ਤੇ ਖਾਣ ਵਾਲੇ 2 ਖਾ ਲੈਣਗੇ ਤੇ ਕੋਈ ਫਰਕ ਨਹੀਂ ਪੈਂਦਾ, ਸ਼ੁਰੂ ਤੋਂ ਖਾਂਦੇ ਆਏ। ਜੀ ਜੀ ਜੀ, ਚਲੋ ਜੇ ਸਿੱਖ ਕੌਮ ਦੇ ਵਿੱਚ ਸਰਦਾਰ ਹਨ ਤਾਂ ਸਿੱਖ ਕੌਮ ਦੇ ਨਾਲ ਗਦਾਰ ਵੀ ਤੁਰੇ ਆਉਂਦੇ ਨੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਸਰਦਾਰਾਂ ਦੀ ਗਿਣਤੀ ਘੱਟ ਹੋ ਸਕਦੀ ਹੈ, ਜਿਵੇਂ ਜੰਗਲ ਦੇ ਵਿੱਚ ਸ਼ੇਰਾਂ ਦੀ ਗਿਣਤੀ ਘੱਟ ਹੁੰਦੀ ਹੈ, ਸਰਦਾਰਾਂ ਦੀ ਗਿਣਤੀ ਘੱਟ ਹੋ ਸਕਦੀ ਹੈ। ਉਹ ਸਰਦਾਰ ਕਿਹੜੇ ਜਿਨ੍ਹਾਂ ਬਾਰੇ ਖੰਡੇ ਬਾਟੇ ਦੀ ਪਹੁਲ ਪਿਉਣ ਸਮੇਂ ਸਾਹਿਬ ਆਲਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਪੰਥ ਵਾਲੀ ਸਰਬੰਸਦਾਨੀ ਉਹਨੇ ਕਿਹਾ ਸੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਵਿਖਾਵੇ ਦਾ ਸਿੱਖ ਨਹੀਂ ਪਿਆਰਾ ਮੈਨੂੰ, ਰਹਿਤਾਂ ਵਾਲਾ ਸਿੱਖ। ਉਹ ਸਰਦਾਰ ਹਨ, ਜੀਂਦੇ ਅਜੇ ਹੈਗੇ ਧਰਤੀ ਦੇ ਉੱਤੇ। ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਦੀ ਔਲਾਦ ਹੈਗੀ ਅਜੇ, ਉਹ ਤੋਂ ਨਾ ਘਬਰਾਓ ਤੁਸੀਂ। ਜਰਨੈਲ ਸਿੰਘ ਦਿੱਲੀ ਦਾ ਜਿਹੜਾ ਚਰਚਿਤ ਲੀਡਰ ਰਿਹਾ, ਹਾਂਜੀ, ਬਹੁਤ ਉਹਦੇ ਕਿਸੇ ਆਪਾਂ ਪੜ੍ਹੇ ਸੁਣੇ ਨੇ, ਕਰੋਨਾ ਨਾਲ ਪੀੜਤ ਸੀਗਾ, ਆਖਰ ਬਾਜੀ ਹਾਰ ਗਿਆ। 2768 ਨਿਆਇਕ ਅਧਿਕਾਰੀ ਉੱਚ ਅਦਾਲਤਾਂ ਦੇ 106 ਜੱਜ ਕਰੋਨਾ ਪੀੜਤ ਨੇ, ਚੀਫ ਜਸਟਿਸ ਨੇ ਕਿਹਾ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਚੀਫ ਜਸਟਿਸ ਨੇ ਕਿਹਾ ਵੀ ਸਾਨੂੰ ਆਨਲਾਈਨ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਸਾਡੇ 106 ਤੇ ਉੱਚ ਅਦਾਲਤਾਂ ਨੇ, ਉੱਚ ਹਾਈ ਕੋਰਟਾਂ ਵੀ ਤੇ ਸੁਪਰੀਮ ਕੋਰਟ ਵੀ, ਸਾਡੇ 106 ਜੱਜ ਜਿਹੜੇ ਉਹ ਕਰੋਨਾ ਪੀੜਤ ਹੋ ਚੁੱਕੇ ਨੇ, ਤੁਸੀਂ ਕੰਮ ਕੀ ਕਰਨਾ ਹੁਣ? 2768 ਸਾਡੇ ਬਾਕੀ ਕਲਰਕ, ਬਾਕੀ ਸਟਾਫ ਜਿਹੜਾ ਉਹ ਕਰੋਨਾ ਪੀੜਤ ਹੋ ਚੁੱਕੇ ਨੇ। ਉਹਨਾਂ ਨੇ ਕਿਹਾ ਵੀ ਆਨਲਾਈਨ ਜਿੰਨਾ ਕੰਮ ਕਰਾਂਗੇ ਅਸੀਂ, ਹੁਣ ਦੱਸੋ ਕੰਮ ਕੀ ਕਰੀਏ? ਉਹਨਾਂ ਪੱਤਰਕਾਰ ਨੂੰ ਕਿਹਾ ਕਿ ਪੱਤਰਕਾਰੋ ਆਨਲਾਈਨ ਜਿਹੜੀ ਇਨਫੋਰਮੇਸ਼ਨ ਲੈ ਲਓ, ਤੁਹਾਨੂੰ ਦੇ ਦਿਆਂਗੇ, ਤੁਸੀਂ ਅਦਾਲਤਾਂ 'ਚ ਘੁੰਮੋ ਨਾ। ਕੋਰੋਨੇ ਦਾ ਪ੍ਰਕੋਪ ਬਹੁਤ ਜ਼ਿਆਦਾ, ਜੇ ਕਿਤੇ ਕਾਬੂ ਤਾਂ ਅੱਜ ਬਚੋ, ਜੇ ਬੱਚਾ ਜਾ ਸਕਦਾ। ਤੇ ਸਰਕਾਰਾਂ ਕਹਿੰਦੀਆਂ ਸਾਡੇ ਕਹਿੰਦੇ ਕੋਰੋਨਾ ਹੈ ਹੀ ਕੋਈ ਨਹੀਂ ਸਾਡੇ ਕੋਲ, ਕਿੱਥੇ ਕੋਰੋਨਾ ਹੈਗਾ, ਕਿੰਨੀ ਗੱਲ ਹੈਗੀ ਹੈ। ਜੋਗੀ ਸਾਹਿਬ ਕਹਿ ਦਿੰਦੇ ਜੀ ਸਾਡੇ ਤੇ ਬੜੀ ਆਕਸੀਜਨ ਪਈ ਹੈ, ਤੇ ਗੰਗਾ ਦੇ ਕਿਨਾਰੇ ਜਿਹੜੇ ਕੱਲ ਜਿਹੜੀ ਲਾਸ਼ਾਂ ਪੁੱਟੀ ਗਈਆਂ ਉਹ ਪੁੱਟਣਗੇ ਫਿਰ। ਬਿਲਕੁਲ ਬਿਲਕੁਲ ਬਿਲਕੁਲ। ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਚਾਵਲਾ ਸਾਹਿਬ ਨਹੀਂ ਨਿਭਾਈ, ਭਾਵੇਂ ਸਟੇਟ ਗਵਰਨਮੈਂਟ ਹੋਵੇ ਤੇ ਭਾਵੇਂ ਸੈਂਟਰ ਸਰਕਾਰ ਹੋਵੇ। ਕਿਉਂਕਿ ਬੀਜੇਪੀ ਨੂੰ ਇੱਕੋ ਗੱਲ ਚਾਹੀਦੀ ਵੀ ਸਾਡੀ ਸਰਕਾਰ ਮੱਧ ਪ੍ਰਦੇਸ਼ 'ਚ ਬਣੇ, ਸਾਡੀ ਸਰਕਾਰ ਬੰਗਾਲ 'ਚ ਬਣੇ, ਲੋਕ ਪੈਣੇ ਇਕੱਠੇ ਖੂਹ 'ਚ, ਜਿਹਦੇ ਕਰਕੇ ਕਰੋਨਾ ਵਧਿਆ। 30 ਜਨਵਰੀ 2020 ਨੂੰ ਸਾਡੀ ਪਹਿਲਾਂ ਆ ਗਿਆ ਸੀ ਇੱਥੇ ਮਰੀਜ਼। ਜੇ ਉਦੋਂ ਅਸੀਂ ਇਹਤਿਆਤ ਵਰਤੇ, ਉਦੋਂ ਅਸੀਂ ਲਾਕਡਾਊਨ ਕਰਦੇ ਜਾਂ ਉਦੋਂ ਅਸੀਂ ਦੀ ਇਲਾਜ ਕਰਦੇ, ਪੂਰਾ ਧਿਆਨ ਦਿੰਦੇ, ਤੇ ਸ਼ਾਇਦ ਇਸ ਤੋਂ ਨੌਬਤ ਨਾ ਆਉਂਦੀ। ਅੱਜ ਨੌਬਤ ਸਿਰਫ ਇਸੇ ਕਰਕੇ ਆਈ ਹੈ। ਭਾਜਪਾ ਦੇ ਜਸਟਿਸ ਨੇ ਕਹਿਤਾ ਵੀ ਸਾਡੇ ਜੱਜ ਹੀ ਬਿਮਾਰ ਹੋ ਗਏ, ਅਸੀਂ ਕੰਮ ਕੀ ਕਰਨਾ। ਭਾਜਪਾ ਸਰਕਾਰ ਦੇ ਇਹਨਾਂ ਕੰਮਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਗੱਠਜੋੜ ਤਿਆਰ ਹੋ ਰਿਹਾ, ਨੀਂਹ ਰੱਖੀ ਗਈ। 12 ਵੱਖ-ਵੱਖ ਆਗੂਆਂ ਨੇ ਚਿੱਠੀ ਲਿਖੀ ਹੈ, ਪੱਤਰ ਲਿਖਿਆ ਹੈ। ਵੈਸੇ ਤਾਂ ਚਿੱਠੀਆਂ ਅੱਜ ਕੱਲ੍ਹ ਬੰਦ ਹੋ ਗਈਆਂ, ਤਰਸਦੇ ਰਹਿੰਦੇ ਆ, ਕੋਈ ਭੈਣ ਭਰਾ ਦੀ ਚਿੱਠੀ ਆਵੇ ਖੋਲੀਏ ਪੜ੍ਹੀਏ, ਟੈਕਸਟ ਮੈਸੇਜ ਆ ਜਾਂਦੇ ਨੇ, ਫੋਨ ਆ ਜਾਂਦੇ ਨੇ। ਚਿੱਠੀਆਂ ਜਦੋਂ ਆਉਂਦੀਆਂ ਸੀ ਪੜ੍ਹਨ ਦਾ ਮਜ਼ਾ ਵੱਖਰਾ ਹੁੰਦਾ ਸੀ। ਇੱਥੇ ਪੱਤਰ ਲਿਖਣ ਦੀ ਅੱਜ ਕੱਲ੍ਹ ਲੀਡਰਾਂ ਨੇ ਪਿਰਤ ਪਾਈ ਹੈ। ਕੀ ਕਹਿਣਾ ਚਾਹੋਗੇ? ਜਿਹੜੀ ਪੱਤਰ ਦੀ ਤੁਸੀਂ ਗੱਲ ਕੀਤੀ ਆ ਜੀ, ਜਦੋਂ ਮਮਤਾ ਵੀਲ ਚੇਅਰ ਤੇ ਬੈਠੀ ਸੀ, ਉਹਨੇ ਕੀ ਕਿਹਾ ਸੀਗਾ? 1 ਲੱਤ ਨਾਲ ਬੰਗਾਲ ਜਿੱਤਾਂਗੇ ਤੇ 2 ਲੱਤਾਂ ਨਾਲ ਕੇਂਦਰ ਜਿੱਤਾਂਗੇ। ਉਹਨੇ ਜਦੋਂ ਜਿੱਤ ਹੋ ਗਈ, ਉਹਨੇ ਸਾਰੇ ਲੀਡਰਾਂ ਨੂੰ ਫੋਨ ਕੀਤੇ, ਭਾਈ ਇੱਕ ਮੰਚ ਤੇ ਇਕੱਠੇ ਹੋ ਜਾਓ ਜੇ ਬਚਣਾ ਜੇ ਹੁਣ।
ਉਹਦੀ ਅਪੀਲ ਨੇ ਇਹ ਰੰਗ ਵਿਖਾਇਆ ਵੀ ਸ਼ਰਦ ਪਵਾਰ ਲੈ ਲਓ, ਅਖਿਲੇਸ਼ ਯਾਦਵ ਲੈ ਲਓ, ਸੋਨੀਆ ਲੈ ਲਓ, ਜਿਹੜੇ ਉੜੀਸਾ ਦਾ ਨਵੀਨ ਪਟਨਾਇਕ ਲੈ ਲਓ, ਇਹ 12 ਲੀਡਰ ਜਿਹੜੇ ਸੀ ਇਕੱਠੇ ਹੋ ਗਏ ਇੱਕ ਮੰਚ ਤੇ, ਤੇਜਸਵੀ ਯਾਦਵ ਨੇ ਸਭ ਇਕੱਠੇ ਹੋ ਗਏ। ਇਹਨਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ, ਉਹਦੇ ਵਿੱਚ 9 ਮੰਗਾਂ ਰੱਖੀਆਂ। ਉਹਦੇ ਵਿੱਚ ਬੇਰੁਜ਼ਗਾਰੀ ਵਿੱਚ ਮੰਗ ਆ, ਕਰੋਨਾ ਤੇ ਜਿਹੜਾ ਵਾ ਕਰੋਨਾ ਜਿਹੜਾ ਵਾ ਇਹ ਤੇ ਕੰਟਰੋਲ ਕਰਨਾ ਵੀ ਮੰਗ ਹੈ। ਇਸ ਤਰ੍ਹਾਂ 12 ਮੰਗਾਂ ਰੱਖੀਆਂ ਹੁੰਦੀਆਂ, ਜਿਹਦੇ ਵਿੱਚ ਈਵੀ ਮਸ਼ੀਨ ਦਾ ਵੀ ਮਾਮਲਾ ਹੈਗਾ ਵਾ। ਅਸੀਂ ਕਹਿੰਦੇ ਵੀ ਚਲੋ ਚਿੱਠੀ ਲਿਖਦੀ ਕੋਈ ਗੱਲ ਨਹੀਂ, ਇੰਨੀ ਬੜੀ ਬਹਾਦਰੀ ਆ ਵੀ 12 ਸਟੇਟਾਂ ਦੇ 12 ਆਗੂ ਜੇ ਇੱਕ ਮੰਚ ਤੇ ਇਕੱਠੇ ਹੋ ਕੇ ਤੇ ਕੱਲ ਨੂੰ ਇਹ ਵੀ ਹੋ ਸਕਦੇ ਆ। ਜੇ ਸਰਕਾਰ ਨਾਲ, ਜੇ ਕੇਂਦਰ BJP ਨਾਲ ਤੁਸੀਂ ਟੱਕਰ ਲੈਣੀ ਹੈ ਤਾਂ ਤੁਹਾਨੂੰ ਇਕੱਠੇ ਹੋਣਾ ਪਊ। ਜੇ ਨਹੀਂ ਇਕੱਠੇ ਹੋਗੇ ਤੇ ਫਿਰ ਏਦਾਂ ਹੀ ਰੁਲਦੇ ਰਹੋ ਜਿੱਦਾਂ ਪਹਿਲਾਂ ਰੁਲੇ ਜੀ। 2 ਸਵਾਲ ਛੋਟੇ ਛੋਟੇ ਤੇ ਬਸ ਜਵਾਬ ਵੱਡੇ ਹੋ ਸਕਦੇ ਨੇ। ਇੱਕ ਤਾਂ ਸੌਦਾ ਸਾਧ ਦੀ ਤਬੀਅਤ ਵਿਗੜੀ, ਕੱਲ ਖਬਰ ਆਈ ਸੀਗੀ ਰੋਹਤਕ ਦੇ PGI ਦੇ ਵਿੱਚ ਲਿਆਂਦਾ ਗਿਆ, ਕਿਤੇ ਜ਼ਮਾਨਤ ਦੀ ਤਿਆਰੀ ਤਾਂ ਨਹੀਂ ਹੋ ਰਹੀ। 19 ਘੰਟਿਆਂ ਬਾਅਦ ਰਿਪੋਰਟ ਆ ਗਈ ਹੈ ਸਾਧ ਦੀ, 19 ਘੰਟਿਆਂ ਬਾਅਦ ਮੁੜ ਜੇਲ੍ਹ ਭੇਜ ਦਿੱਤਾ ਗਿਆ। ਆਸਾਰਾਮ ਪਹਿਲਾਂ ਹੀ ਦਿੱਲੀ ਦੀ ਏਮ 'ਚ ਦਾਖਲ ਹੈ। ਪਰ ਅੱਜ ਕੱਲ੍ਹ ਵੀਡੀਓ ਦਾ ਜ਼ੋਰ ਬੜਾ ਚਰਚਾ ਦੇ ਵਿੱਚ ਆ। ਪੰਜਾ ਸਾਹਿਬ ਦਾ ਗ੍ਰੰਥੀ ਅਸ਼ਲੀਲ ਵੀਡੀਓ ਦੇ ਨਾਲ, ਹਾਂਜੀ ਜੇ ਚੀਕੂ ਚੀਕੂ ਕਿਆ ਹੈ, ਇਹ ਵੀਡੀਓ ਚੱਲਦੀ ਪਈ ਆ। ਆਂਡੇ ਚੋਰ ਪੁਲਿਸ ਵਾਲੇ ਦੀ ਵੀਡੀਓ ਚੱਲਦੀ ਪਈ ਹੈ। ਜ਼ਮਾਨਾ ਹੀ ਮਤਲਬ ਬੜਾ ਖਤਰਨਾਕ ਸਥਿਤੀ ਵਾਲੇ ਪਾਸੇ ਨੂੰ ਤੁਰਿਆ ਪਿਆ ਹੈ। ਕੀ ਕਹਿਣਾ ਚਾਹੋਗੇ? ਸਾਡੇ ਪਤਾ ਨਹੀਂ ਕਿਹੜੇ ਗੁਰਦੁਆਰਾ ਸਾਹਿਬ ਦੀ ਇੱਕ ਬਾਹਰਲੀ ਵੀਡੀਓ ਵੀ ਵਾਇਰਲ ਹੋਈ ਫਿਰਦੀ ਹੈ, ਜਿਨ੍ਹਾਂ ਨੇ ਚੀਕੂ ਚੁੱਕੀ ਦੀ ਗੱਲ ਕੀਤੀ, ਨਾਲ ਸੀਤਾਫਲ ਦੀ ਗੱਲ ਕੀਤੀ, ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ। ਹਾਂ, ਚੀਕੂ ਚੀਕੂ ਕਿਆ ਹੈ, ਜੇ ਸੀਤਾਫਲ ਕਿਆ ਹੈ। ਠੀਕ ਹੈ ਜੀ, ਉਹਨਾਂ ਬਾਰੇ ਆਪਾਂ ਕੀ ਜ਼ਿਕਰ ਕਰਨਾ, ਉਹ ਤੇ ਗੱਲਾਂ ਹੁਣ ਪੁਰਾਣੀਆਂ ਹੋ ਚੁੱਕੀਆਂ ਸਭ ਕੁਝ। ਲੇਕਿਨ ਇਹ ਹੈ ਕਿ ਉਹਨਾਂ ਵੀ ਬੜਾ ਨੁਕਸਾਨ ਕੀਤਾ। ਹੁਣ ਜਿਹੜੀ ਗੱਲ ਆਪਾਂ ਕੀਤੀ ਉਹ ਪਾਕਿਸਤਾਨ ਦੀ ਗੱਲ ਕੀਤੀ। ਪੰਜਾ ਸਾਹਿਬ ਦਾ ਗ੍ਰੰਥੀ ਜਿਹੜਾ ਬੇਸਿਕਲੀ ਈਸਾਈ ਧਰਮ ਤੋਂ ਕਨਵਰਟ ਹੋਇਆ, ਸਿੱਖ ਬਣਿਆ। ਪਹਿਲਾਂ ਪੰਜਾ ਸਾਹਿਬ ਤੋਂ ਬਾਅਦ ਲਾਗੇ ਗੁਰਦੁਆਰਾ ਉੱਥੇ ਹੁੰਦਾ ਸੀ। ਉਹਨੇ ਕਿਹਾ ਜੀ ਮੇਰਾ ਜਿਹੜਾ ਪਰਿਵਾਰ ਆ ਉਹ ਪੰਜਾ ਸਾਹਿਬ ਤੇ ਮੈਨੂੰ ਉੱਥੇ ਭੇਜ ਦਿੱਤਾ ਜਾਵੇ। ਤੇ ਜਿਹੜੀ ਸੁਲਤਾਨ ਸਿੰਘ ਪ੍ਰਧਾਨ ਨੇ ਉਹਨਾਂ ETP ਨਾਲ ਗੱਲ ਕਰਕੇ ਉਹਨੂੰ ਉਹਦੀ ਬਦਲੀ ਇੱਥੇ ਕਰ ਦਿੱਤੀ। ਹੁਣ ਉਹ ਵੀਡੀਓ ਇੱਕ ਰਿਲੀਜ਼ ਹੋ ਗਈ ਉਹਦੀ ਅਸ਼ਲੀਲ ਵੀਡੀਓ, ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਤੂੰ ਕਹਿੰਦਾ ਇਹ ਵੀਡੀਓ ਮੇਰੀ ਨਹੀਂ, ਮੈਨੂੰ ਨਹੀਂ ਪਤਾ ਕਿੱਥੋਂ ਬਣੀ, ਕਿਵੇਂ ਬਣੀ, ਇਹਦੀ ਪੜਤਾਲ ਕਰਾਓ। ਸਤਵੰਤ ਸਿੰਘ ਨੇ ਕਿਹਾ ਵੀ ਅਸੀਂ ਇਹਦੀ ਪੜਤਾਲ ਕਰਾ ਰਹੇ, ਜੇ ਇਹਦੀ ਵੀਡੀਓ ਹੋਈ ਤੇ ਮੁਕੱਦਮਾ ਵੀ ਦਰਜ ਕਰਾਵਾਂਗੇ ਤੇ ਇਹਨੂੰ ਜਸਟਿਸ ਵੀ ਕਰਾਂਗੇ। ਤੇ ਜੇ ਨਹੀਂ ਹੋਊਗੀ ਤੇ ਫਿਰ ਸਾਈਬਰ ਕ੍ਰਾਈਮ ਦੱਸੂਗਾ ਕਿ ਕਿਹਨੇ ਵੀਡੀਓ ਬਣਾਈ ਤੇ ਕਿੱਥੋਂ ਆਈ ਕਿੱਥੋਂ ਨਹੀਂ, ਫਿਰ ਉਹਦੇ ਖਿਲਾਫ ਕਾਰਵਾਈ ਕਰਾਂਗੇ। ਸਾਨੂੰ ਸਿੱਖਾਂ ਨੂੰ ਬਦਨਾਮ ਕਿਉਂ ਕਰ ਰਹੇ? ਇਸ ਕਰਕੇ ਜਿਹੜਾ ਵਾ ਜਿਹੜੀ ਚੀਕੂ ਚੀਕੂ ਦੀ ਤੁਸੀਂ ਗੱਲ ਕੀਤੀ ਆ, ਉਹ ਤੇ ਹੈਗੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਵੀ ਚੀਕੂ ਚੀਕੂ ਦੇ ਫੋਨ ਤੇ ਕਹਿ ਰਹੇ ਵੀ ਸਾਨੂੰ ਜੀ ਸੀਤਾਫਲ ਕਿੱਥੋਂ ਮਿਲੇਗਾ, ਚੀਕੂ ਕਿੱਥੋਂ ਮਿਲੇਗਾ। ਉਹ ਅੰਗਰੇਜ਼ੀ ਸਮਝਾ ਰਹੇ ਨੇ ਵੀ ਇੱਥੋਂ ਨਹੀਂ ਇੱਥੋਂ ਮਿਲੇਗਾ ਜੀ। ਉਹ ਪੱਕਾ ਨੂੰ ਗੱਲ ਕਰਨੀ, ਹੁਣ ਮਜ਼ਾਕ ਦੀ ਮਜ਼ਾਕੀਏ ਜੀ ਗੱਲ ਬਣ ਜਾਂਦੀ। ਕਿਆ ਬਾਤ, ਚਲੋ ਚੱਲਦੀ ਪਈ ਆ। ਜੇ ਰਾਜਨੀਤਿਕ, ਜੇ ਆਪਾਂ ਪੰਜਾ ਸਾਹਿਬ ਵਾਲੇ ਗ੍ਰੰਥੀ ਦੀ ਗੱਲ ਕੀਤੀ ਆ, ਵੀਡੀਓ ਆ ਗਈ ਆ, ਇੱਕ ਅੰਡੇ 4 ਚੋਰੀ ਕਰ ਲਏ ਹੌਲਦਾਰ ਨੇ, ਕਿੰਨੀ ਤਨਖਾਹ ਮਿਲਦੀ ਉਹਨੂੰ, ਉਹ ਚਰਚਾ ਦੇ ਵਿੱਚ ਹੈ। ਸ਼ਰਾਬੀ ਕਬਾਬੀ ਪੁਲਿਸ ਵਾਲੇ ਚਰਚਾ ਦੇ ਵਿੱਚ ਨੇ, ਰਾਜਨੀਤਿਕ ਬਿਆਨਾਂ ਤੋਂ ਮੁੱਕਰ ਦੀ ਚਰਚਾ ਦੇ ਵਿੱਚ ਨੇ। ਤੇ ਜੇ ਹੁਣ ਬਈ ਚੀਕੂ ਚੀਕੂ ਜਾਣ ਕੋ ਮੰਗੇ ਜਾ ਰਹੇ ਨੇ ਤੇ ਫਿਰ ਉਹ ਤਾਂ ਗੱਲ ਬੰਨੀ ਹੈ, ਬਣਦੀ ਹੈ, ਵੀਡੀਓ ਹੈਗੀ ਕੀਤੀ ਤੈਨੂੰ ਪਤਾ ਹੀ ਹੈ। ਮਤਲਬ ਜੇ ਚੀਕੂ ਦੀ ਗੱਲ ਨਾ ਕਰੀਏ ਤੇ ਸੁੱਚਾ ਸਿੰਘ ਲਗਾਹ ਦੀ ਕਰ ਲਈਏ ਤੇ ਜਾਇਜ਼ ਹੈ, ਚੱਠੇ ਦੀ ਕਰ ਲਈਏ ਤੇ ਜਾਇਜ਼। ਕਿਉਂ ਨਹੀਂ ਕਰਾਂਗੇ ਜੀ, ਕਿਉਂ ਨਹੀਂ ਕਰਾਂਗੇ ਅਸੀਂ ਜੀ। ਵੇਖੋ ਜੀ, ਮੈਂ ਤੇ ਪਹਿਲਾਂ ਕਹਿਤਾ ਜਿੰਨਾ ਚਿਰ ਬੀਬੀ ਅਰੂਸਾ ਇੱਥੇ ਰਹੀ ਹੈ, ਅਜੇ ਇੱਥੇ ਨਹੀਂ ਗਏ, ਹੁਣ ਕਿੱਥੇ ਜਿੰਨੇ ਨਹੀਂ ਚਲੀ ਗਈ ਪਾਕਿਸਤਾਨ, ਜਿੰਨੇ ਉਹਦੇ ਨਾਲ ਘੇਰੇ ਘੇਰੇ ਪੁਲਿਸ ਅਫਸਰ ਸੀ, ਸਿਰ ਲਫਸਰ ਸੀ, ਘੇਰੇ ਘੇਰੇ ਹੁੰਦੇ ਸੀ ਮੇਰੀ ਬਦਲੀ ਫਲਾਣੀ ਜਗ੍ਹਾ ਕਿਉਂ ਢੀਲ ਜਗ੍ਹਾ ਕਰਾ ਦਿੱਤੀ। ਅੱਛਾ, ਕੋਈ ਪੁਰਾਣੀ ਆ ਬਕਾਇਦਾ ਤੌਰ ਤੇ ਸੌਦੇਬਾਜ਼ੀ ਹੁੰਦੀ ਸੀ। ਅੱਛਾ 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 ਅੱਛਾ, ਇੱਕ ਕਰਕੇ ਮੈਂ ਤੁਹਾਨੂੰ ਕਿਹਾ ਵੀ ਹੁਣ ਇਹ ਕੋਈ ਪੁਰਾਣੀ ਕੱਟ ਮਾਰੀ ਕਿਸੇ ਨੇ। ਹਾਂਜੀ 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 ਹਾਂਜੀ, ਚਲੋ ਦਿਓ ਬਈ ਛੁੱਟੀਆਂ, ਸਵੇਰੇ ਕੱਲ ਸ਼ਾਮ ਨੂੰ ਮਿਲਦੇ ਆ ਜੀ। ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਦੋਸਤੋ, ਇਹ ਸਨ ਸਰਦਾਰ ਜਸਬੀਰ ਸਿੰਘ ਜੀ ਪੱਟੀ, ਮੈਂ ਤੁਹਾਡਾ ਦੋਸਤ ਅਤੇ ਹੋਸ ਦਿਲਬਾਗ ਸਿੰਘ ਚਾਵਲਾ। ਸਵੇਰੇ ਮਿਲਦੇ ਹਾਂ, ਤਦ ਤੱਕ ਲਈ ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ। ਡਰਨਾ ਨਹੀਂ, ਡਰਾਉਣਾ ਨਹੀਂ, ਭੈ ਕਾਹੂ ਕੋ ਦੇਤ ਨਹਿ, ਨਹਿ ਪਹਿ ਮਾਨ ਤਾਨ, ਰੱਬ ਰਾਖਾ।
तुसी सुन रहे हो चावला न्यूज़ नेटवर्क टोरंटो CNN टोरंटो।